ਵਾਹਿਗੁਰੂ 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 ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬੇਸੁਮਾਰ ਅਥਾਹ ਅਗੰਤ ਅਤੁਲੈ, ਜੋ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ। ਪਰਮ ਸਤਿਕਾਰਯੋਗ ਚਵਰ ਤਖਤ ਛਤਰ ਦੇ ਮਾਲਿਕ, ਵਲੀ ਕੁਲ ਆਲਮ, ਪੈਗੰਬਰ ਕਾਇਨਾਤ, ਸ੍ਰਿਸ਼ਟੀ ਰਹਿਬਰ, ਜੁਗ ਹੋ ਜੁਗ ਅਟਲ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਹਜੂਰ ਚਰਨਾ ਕਮਲਾ ਪਾਸ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲੇ ਹਾਂ ਜੋ ਗੁਰੂ ਸਾਹਿਬ ਜੀਆਂ ਦੇ ਹਜੂਰ ਜੁੜ ਬੈਠ ਲਾਹਾ ਪ੍ਰਾਪਤ ਕਰ ਰਹੇ ਹਾਂ। ਆਓ ਭਾਈ ਬੜੇ ਪਿਆਰ ਦੇ ਨਾਲ ਮਹਾਰਾਜ ਜੀਆਂ ਦੇ ਹਜੂਰ ਇੱਕ ਦਫਾ ਫਿਰ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਬੜੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਗੁਰੂ ਸਾਹਿਬ ਜੀਆਂ ਨੂੰ ਸੀਸ ਨਿਵਾਓ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਨਾ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਜੋ ਆਪਾਂ ਸ਼੍ਰਵਣ ਕਰ ਰਹੇ ਹਾਂ, ਕੱਲ ਤੱਕ ਆਪ ਜੀਆਂ ਨੇ ਸ਼੍ਰਵਣ ਕੀਤਾ ਹੈ। ਜਹਾਂਗੀਰ ਵੱਲੋਂ ਭੇਜੇ ਹੋਏ ਵਜ਼ੀਰ ਖਾਂ ਔਰ ਕਿੰਚ ਬੇਗ ਦੋਵੇਂ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ ਦਿੱਲੀ ਚੱਲਣ ਵਾਸਤੇ। ਸਤਿਗੁਰੂ ਜੀ ਮਸੰਦਾਂ ਦੇ ਨਾਲ ਅਤੇ ਸੰਗਤ ਦੇ ਨਾਲ ਸਲਾਹ ਕਰਦੇ ਨੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਪੂਜਨੀਕ ਮਾਤਾ ਮਾਂ ਗੰਗਾ ਜੀ ਸਾਰੇ ਬੈਠੇ ਨੇ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਪਾਤਸ਼ਾਹ ਦਿੱਲੀ ਜਾਣਾ ਉਚਿਤ ਹੈ, ਕਿਉਂਕਿ ਦੁਸ਼ਟ ਚੰਦੂ ਨੇ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਤਸੀਹੇ ਦਿੱਤੇ ਸਨ, ਇਹ ਹੁਣ ਸਬੱਬ ਬਣ ਰਿਹਾ ਹੈ ਉਸ ਚੰਦੂ ਨੂੰ ਉਹਦੇ ਕਰਮਾਂ ਦੇ ਫਲ ਦੇਣ ਦਾ। ਸੋ ਆਪ ਜੀ ਨੂੰ ਦਿੱਲੀ ਜਾਣਾ ਚਾਹੀਦਾ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਮੰਨ ਕੇ ਸਾਰਿਆਂ ਨੇ ਸਤ ਬਚਨ ਕਿਹਾ ਹੈ। ਵਜ਼ੀਰ ਖਾਂ ਨੂੰ ਅਗਲੀ ਸਵੇਰ ਸਭਾ ਵਿੱਚ ਬੁਲਾਇਆ ਗਿਆ ਹੈ, ਗੁਰੂ ਦਰਬਾਰ ਵਿੱਚ ਬੁਲਾਇਆ ਗਿਆ ਹੈ। ਮਹਾਰਾਜ ਜੀਆਂ ਨੇ ਕਿਹਾ, ਅਸੀਂ ਚੱਲਣ ਦੇ ਲਈ ਤਿਆਰ ਹਾਂ। ਪ੍ਰਸੰਨ ਹੋ ਕੇ ਵਜ਼ੀਰ ਖਾਨ ਵਾਰੇ ਵਾਰੇ ਜਾਂਦਾ ਹੈ ਸਤਿਗੁਰੂ ਦੇ ਚਰਨਾਂ ਤੋਂ। ਕਹਿਣ ਲੱਗਾ, ਪਾਤਸ਼ਾਹ ਤੁਹਾਡੇ ਗੁਰੂ ਪਿਤਾ ਜੀ ਨੇ ਮੈਨੂੰ ਸਿੱਖੀ ਬਖਸ਼ੀ ਸੀ ਤੇ ਤੁਸੀਂ ਅੱਜ ਮੇਰੀ ਵਿਚੋਲਗੀ ਸਫਲ ਕਰ ਦਿੱਤੀ ਹੈ। ਇੱਥੇ ਇੱਕ ਬੜਾ ਰੌਚਕ ਤੱਥ ਚੱਲ ਰਿਹਾ ਸੀ। ਇਹ ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਕਿੱਥੋਂ ਬਣਿਆ? ਇਹਨੂੰ ਜਲੌਧਰ ਦਾ ਰੋਗ ਸੀ। ਪੱਕੇ ਰੋਗ ਵਾਂਗ ਹੁੰਦਾ ਹੈ, ਜਿਵੇਂ ਜੋ ਪੱਕਾ ਰੋਗੀ ਵਿਲ ਲਾਏ, ਕੋੜ ਦਾ ਪੱਕਾ ਰੋਗ ਹੈ, ਅਸਾਧ ਰੋਗ ਜਿਹਦੀ ਔਸ਼ਧੀ ਕੋਈ ਕੰਮ ਨਹੀਂ ਕਰਦੀ।
ਜਲੌਧਰ ਦਾ ਇਸ ਨੂੰ ਰੋਗ ਹੋ ਗਿਆ। ਪੇਟ ਦਰਦ ਕਰਦਾ ਰਹਿੰਦਾ ਸੀ, ਬੜਾ ਦੁਖੀ ਸੀ। ਇੱਕ ਦਿਨ ਆਪਣੇ ਘਰੇ ਦਰਵਾਜ਼ੇ ਵਿੱਚ ਪਿਆ ਵਿਲਕਦਾ ਹੈ। ਗਲੀ ਵਿੱਚੋਂ ਕੋਈ ਗੁਰਸਿੱਖ ਲੰਘਿਆ ਤੇ ਕਹਿੰਦੇ ਨੇ ਉਹ ਸਿੱਖ ਗੁਰਬਾਣੀ ਪੜ੍ਹਦਾ ਹੋਇਆ ਜਾ ਰਿਹਾ ਸੀ। ਸ੍ਰੀ ਸੁਖਮਨੀ ਸਾਹਿਬ। ਵਜ਼ੀਰ ਖਾਨ ਦੇ ਕੰਨੀ ਪਾਵਨ ਬਾਣੀ ਪਈ। ਜਦ ਉਹਦਾ ਧਿਆਨ ਥੋੜਾ ਜਿਹਾ ਸਿੱਖ ਦੀ ਕਲਾਮ ਵੱਲ, ਉਹਦੇ ਮੁਖ ਦੇ ਬੋਲਾਂ ਵੱਲ ਗਿਆ, ਇਹਦਾ ਪੇਟ ਦਰਦ ਰੁਕ ਗਿਆ। ਸਿੱਖ ਦੂਰ ਲੰਘ ਗਿਆ, ਆਵਾਜ਼ ਸੁਣਨੋਂ ਹਟੀ, ਦਰਦ ਫਿਰ ਸ਼ੁਰੂ ਹੈ, ਫਿਰ ਵਿਲਕਦਾ ਹੈ। ਥੋੜਾ ਸਮਾਂ ਪਾ ਕੇ ਸਿੱਖ ਵਾਪਸ ਆਇਆ। ਉਹ ਫਿਰ ਬਾਣੀ ਪੜ੍ਹਦਾ ਹੋਇਆ ਆ ਰਿਹਾ ਹੈ। ਸੁਣ ਕਰਕੇ ਇਹਦਾ ਦਰਦ ਫਿਰ ਰੁਕ ਗਿਆ। ਸਿੱਖ ਦੂਰ ਲੰਘ ਗਿਆ, ਦਰਦ ਫਿਰ ਸ਼ੁਰੂ ਹੋ ਗਿਆ। ਵਜ਼ੀਰ ਖਾਨ ਕਹਿੰਦਾ ਹੈ, ਪਾਤਸ਼ਾਹ ਮੈਨੂੰ ਸਮਝ ਆ ਗਈ ਕਿ ਸਿੱਖ ਜੋ ਮੁਖ ਚੋਂ ਪਾਠ ਕਰ ਰਿਹਾ ਹੈ, ਉਹਦੀ ਬਰਕਤ ਦੇ ਨਾਲ ਮੇਰੇ ਰੋਗ ਤੋਂ ਮੈਨੂੰ ਆਰਾਮ ਮਿਲਦਾ ਹੈ, ਦਰਦ ਤੋਂ ਆਰਾਮ ਮਿਲਦਾ ਹੈ। ਇੱਥੋਂ ਅੱਗੇ ਆਪਾਂ ਵਿਚਾਰ ਅੱਜ ਸਾਂਝੇ ਕਰੀਏ ਜੀ। ਇੱਥੋਂ ਤੱਕ ਆਪਾਂ ਨੇ ਕੱਲ ਸਰਵਨ ਕੀਤੇ ਸੀ। ਆਓ ਪਿਆਰ ਦੇ ਨਾਲ ਇੱਕ ਦਫਾ ਉਚਾਰਨ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਠ ਕਰ ਨਰ ਕੋ ਸੋ ਬੁਲਵਾਇਓ, ਜਬ ਗੁਰ ਸਿੱਖ ਨਿਕਟ ਚਲ ਆਇਓ। ਜਦੋਂ ਉਹ ਸਿੱਖ ਬਾਣੀ ਪੜ੍ਹਦਾ ਹੋਇਆ ਦੂਰ ਲੰਘ ਗਿਆ, ਮੇਰੇ ਕੰਨਾਂ ਵਿੱਚ ਬੋਲ ਪੈਣੋਂ ਹਟ ਗਏ, ਦਰਦ ਫਿਰ ਸ਼ੁਰੂ ਹੋਇਆ। ਵਜ਼ੀਰ ਖਾਂ ਕਹਿੰਦਾ ਹੈ, ਮੈਂ ਇੱਕ ਸੇਵਕ ਨੂੰ ਭੇਜਿਆ ਵੀ ਦੌੜ ਕੇ ਜਾ ਉਸ ਸਿੱਖ ਨੂੰ ਬੁਲਾ ਕੇ ਲਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵੱਡੀ ਬਰਕਤ ਹੈ, ਵੱਡੀ ਰਹਿਮਤ ਹੈ। ਸਾਡੇ ਕੋਲ ਸ੍ਰੀ ਸੁਖਮਨੀ ਸਾਹਿਬ ਦਾ ਭੰਡਾਰ ਹੈ, ਸਾਡੇ ਕੋਲ ਇਹ ਮਹਾਨ ਖਜ਼ਾਨਾ ਹੈ। ਉਸ ਸਿੱਖ ਨੂੰ ਬੁਲਾ ਕੇ ਲਿਆਂਦਾ ਤੇ ਕਹਿੰਦੇ ਨੇ, ਵਜੀਦ ਖਾਂ ਕਹਿੰਦਾ ਹੈ ਵੀ ਜਦ ਉਹ ਗੁਰਸਿੱਖ ਚੱਲ ਕੇ ਨੇੜੇ ਆ ਗਿਆ, ਸਰਬ ਬਿਰਤਾਂਤ ਬੂਝ ਕਰ ਰਾਖਾ, ਪਾਠ ਸੁਖਮਨੀ ਥਿਤ ਹੋਇ ਭਾਖਾ। ਮੈਂ ਉਹਦੇ ਤੋਂ ਸਾਰਾ ਬਿਰਤਾਂਤ ਪੁੱਛਿਆ, ਭਾਈ ਤੂੰ ਕਿਹਦਾ ਕਲਾਮ ਪੜ ਰਿਹਾ ਹੈ, ਕਿਹੜਾ ਕਲਾਮ ਪੜ ਰਿਹਾ ਹੈ? ਸਿੱਖ ਨੇ ਕਿਹਾ, ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਰਚਨਾ ਸ੍ਰੀ ਸੁਖਮਨੀ ਸਾਹਿਬ ਪੜ ਰਿਹਾ ਹਾਂ। ਜਬ ਲੋ ਸੁਨਿਓ ਨ ਪੀਰਾ ਭਈ, ਹਟੇ ਪਾਠ ਪੁਨ ਤੈਸੇ ਥਈ। ਤੇ ਜਦ ਤੱਕ ਮੈਂ ਉਸ ਸਿੱਖ ਤੋਂ ਫਿਰ ਪਾਠ ਸੁਨਿਆ, ਉਹਨੂੰ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਕੋਲ ਬਿਠਾ ਲਿਆ ਵੀ ਸਿੱਖਾ ਤੂੰ ਪੜ, ਮੈਂ ਸੁਣਾਗਾ। ਤੇਰੇ ਇਸ ਰੱਬੀ ਕਲਾਮ ਦੇ ਨਾਲ ਮੇਰੇ ਦੁੱਖ ਦੀ ਪੀੜਾ ਰੁਕਦੀ ਹੈ। ਸਿੱਖ ਨੇ ਪੜਿਆ, ਮੈਂ ਸੁਣਦਾ ਰਿਹਾ, ਤਦ ਤੱਕ ਮੇਰਾ ਦਰਦ ਫਿਰ ਹਟ ਗਿਆ। ਤਬ ਮੈਂ ਸਿੱਖ ਅਪਰ ਟਿਗ ਰਾਖੇ, ਨਿਸ ਦਿਨ ਪਾਠ ਸੁਖਮਨੀ ਭਾਖੇ। ਮੇਰਾ ਨਿਸ਼ਚਾ ਪੱਕਾ ਹੋ ਗਿਆ, ਇਹ ਸੁਖਮਨੀ ਸਾਹਿਬ ਦੀ ਬਾਣੀ ਵਾਕਈ ਸੁਖ ਦੇਣ ਵਾਲੀ ਹੈ। ਤੇ ਕਹਿੰਦੇ ਨੇ, ਫਿਰ ਮੈਂ ਕੁਝ ਹੋਰ ਗੁਰਸਿੱਖਾਂ ਨੂੰ ਕੋਲ ਰੱਖ ਲਿਆ, ਜੋ ਹਰ ਰੋਜ਼ ਮੈਨੂੰ ਵਾਰੀ-ਵਾਰੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਸਰਵਨ ਕਰਵਾਉਣ ਲੱਗੇ ਜੀ। ਮਾਨਿਓ ਗੁਰ ਹਿਤ ਕਰਨ ਕਰਾਹੋ, ਸੁਣਤ ਸੁਣਤ ਭਾ ਸਭ ਰੁਝਦਾਹੋ। ਅਤੇ ਮੈਂ ਇਹ ਵੀ ਭਾਵਨਾ ਦੇ ਨਾਲ ਮੰਨਿਆ, ਭਾਵ ਸ਼ਰਧਾ ਬਣਾ ਲਈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਯਾਦ ਕਰਕੇ। ਅਜੇ ਮਿਲਿਆ ਨਹੀਂ, ਅਜੇ ਦਰਸ਼ਨ ਨਹੀਂ ਕੀਤੇ, ਪਰ ਭਾਵਨਾ ਪੱਕੀ ਹੋ ਗਈ, ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਦਰ ਤੇ ਆਵਾਂਗਾ ਔਰ ਕੜਾਹ ਪ੍ਰਸ਼ਾਦ ਕਰਵਾਵਾਂਗਾ। ਕਿਉਂ ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਮਰਿਆਦਾ ਕੜਾਹ ਪ੍ਰਸ਼ਾਦ ਦੀ ਹੈ। ਦੁੱਖ ਹੋਵੇ ਸੁੱਖ ਹੋਵੇ, ਸਿੱਖ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਜਾਂ ਦੇਗ ਦੀ ਸੇਵਾ ਕਰਵਾ ਕੇ ਅਰਦਾਸ ਕਰਦਾ ਹੈ।
ਕੜਾਹ ਪ੍ਰਸ਼ਾਦ ਦੀ ਸੇਵਾ ਕਰਨੀ ਮੰਨ ਗਿਆ। ਸ੍ਰੀ ਸੁਖਮਨੀ ਸਾਹਿਬ ਸੁਣਦਾ ਰਿਹਾ। ਹੌਲੀ ਹੌਲੀ ਸਨਹੇ ਸਨਹੇ ਇਸ ਪਾਵਨ ਬਾਣੀ ਨੂੰ ਸੁਣਨ ਦੇ ਨਾਲ ਮੇਰਾ ਸਾਰਾ ਦੁੱਖ ਜਾਂਦਾ ਰਿਹਾ ਜੀ। ਕਿਤਕ ਦਿਓਸ ਮਹਿ ਭਇਓ ਆਰਾਮ, ਕਰ ਇਸ਼ਨਾਨ ਰੁਝ ਗਏ ਤਮਾਮ। ਕੁਝ ਦਿਨਾਂ ਵਿੱਚ ਪੂਰਾ ਆਰਾਮ ਆ ਗਿਆ। ਦੁੱਖ ਜੜ ਤੋਂ ਹੀ ਖਤਮ ਹੋ ਗਿਆ। ਅਸਾਧ ਰੋਗ ਸਾਧਿਆ ਗਿਆ। ਰੋਗ ਮੁਕਤ ਹੋਇਆ ਹਾਂ। ਇਸ਼ਨਾਨ ਕਰਨ ਦੇ ਨਾਲ ਸਾਰੇ ਦੁੱਖ ਨਿਵਰਤ ਹੋਏ ਨੇ ਜੀ। ਵੱਡੇ ਗੁਰਨ ਟਿਗ ਮੈਂ ਤਬ ਆਇਓ, ਸਕਲ ਬਿਨੈ ਭਨ ਸੀਸ ਨਿਵਾਇਓ। ਇੱਥੇ ਇਸ਼ਨਾਨ ਦਾ ਭਾਵ ਹੈ ਜਦੋਂ ਰੋਗ ਮਿਟ ਗਿਆ ਫਿਰ ਇਹ, ਜਿਵੇਂ ਆਪਾਂ ਹਰ ਰੋਜ਼ ਅਰਦਾਸ ਵਿੱਚ ਵੀ ਕਹਿੰਦੇ ਹਾਂ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੀ ਗੁਰੂ ਪਾਤਸ਼ਾਹ ਤੋਂ ਮੰਗ ਕਰਦੇ ਹਾਂ। ਇਹ ਸਿੱਖ ਮਹਾਰਾਜ ਜੀਆਂ ਦੇ ਹਜ਼ੂਰ ਵਜ਼ੀਰ ਖਾਂ ਬੜੀ ਭਾਵਨਾ ਦੇ ਨਾਲ ਆਇਆ। ਇਸ਼ਨਾਨ ਕੀਤੇ ਨੇ ਔਰ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮਿਲਿਆ ਹੈ ਜੀ। ਔਰ ਸ਼ਰਦਾ ਲਖ ਕੈ ਸਿੱਖ ਕੀਨੋ, ਲਿਓ ਅਲੰਭ ਭਇਓ ਰੁਝਹੀਨੋ। ਤੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ, ਇਹਦੀ ਭਾਵਨਾ ਇਤਨੀ ਵੱਡੀ ਸੀ, ਸ਼ਰਧਾ ਇਤਨੀ ਪ੍ਰਬਲ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਨੂੰ ਸਿੱਖ ਬਣਾ ਲਿਆ। ਵਜ਼ੀਰ ਖਾਂ ਆਪ ਕਹਿ ਰਿਹਾ ਹੈ, ਮੈਨੂੰ ਵੱਡੇ ਗੁਰੂ ਸਾਹਿਬਾਨਾਂ ਨੇ ਆਪਣਾ ਸਿੱਖ ਬਣਾ ਲਿਆ। ਮੈਂ ਗੁਰੂ ਜੀ ਦਾ ਆਸਰਾ ਲਿਆ ਤੇ ਸਾਰੇ ਦੁੱਖਾਂ ਤੋਂ ਨਿਵਰਤੀ ਹੋ ਗਈ। ਇਮ ਮੂਹ ਕਹੋ ਗੁਰ ਤੇ ਸੁਖਦਾਈ, ਰੋਗ ਸੋਗ ਤੇ ਲੀਨ ਬਚਾਈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਮੇਰੇ ਵਾਸਤੇ ਸੁਖਦਾਈ ਨੇ। ਉਹਨਾਂ ਦੀ ਕਿਰਪਾ ਦੇ ਨਾਲ ਮੇਰੇ ਸਾਰੇ ਰੋਗ ਸੋਗ दूर हो गए। तब मैं सिखरावर कर को, अपर ना प्रिय तुम ते मम और को। सो उस समय तो ही ਛੇਵੇਂ ਪਾਤਸ਼ਾਹ ਜੀ ਨੂੰ ਵਜ਼ੀਰ ਖਾਂ ਕਹਿਣ ਲੱਗਾ, ਪਾਤਸ਼ਾਹ ਉਸ ਸਮੇਂ ਤੋਂ ਹੀ ਮੈਂ ਆਪ ਜੀ ਦੇ ਘਰ ਦਾ ਸਿੱਖ ਬਣ ਗਿਆ ਹਾਂ। ਮੈਂ ਆਪ ਜੀ ਦੇ ਦਰ ਦਾ ਨਿਮਾਣਾ ਜਿਹਾ ਦਾਸਰਾ ਬਣ ਗਿਆ ਹਾਂ ਜੀ। ਮੁਝ ਤੇ ਸੇਵਾ ਬਣੀ ਨ ਕੋਈ, ਕ੍ਰਿਤ ਅਚਾਨਕ ਲਵਪੁਰ ਹੋਈ। ਤੇ ਮੇਰੇ ਦਿਲ ਵਿੱਚ ਇੱਕ ਬੜਾ ਵੱਡਾ ਪਛਤਾਵਾ ਹੈ। ਉਹ ਪਛਤਾਵਾ ਕਿਹੜਾ ਹੈ? ਮੇਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਕੋਈ ਬਹੁਤੀ ਸੇਵਾ ਨਾ ਹੋ ਸਕੀ। ਬਸ ਇੱਕ ਵਾਰ ਦਰਸ਼ਨ ਹੋਏ ਸੀ, ਦੁਬਾਰਾ ਕੋਈ ਸੇਵਾ ਕਰਨ ਦਾ ਮੌਕਾ ਹੀ ਨਾ ਬਣਿਆ ਕਿ ਉਦੋਂ ਨੂੰ ਲਾਹੌਰ ਦੇ ਵਿੱਚ ਪਾਤਸ਼ਾਹ ਜੋਤੀ ਜੋਤ ਸਮਾ ਗਏ ਜੀ। ਸ਼ਾਹੋ ਸੰਗ ਚੜ ਕਰ ਚਲ ਗਏ, ਕਿਸਤੇ ਸੁਧ ਨਹਿ ਸੁਣਤੇ ਪਏ। ਮੈਂ ਵੀ ਬਾਦਸ਼ਾਹ ਦੇ ਨਾਲ ਦੂਰ ਚਲਿਆ ਗਿਆ ਸਾਂ, ਮੁਲਾਕਾਤ ਨਹੀਂ ਹੋਈ ਪੰਚਮ ਪਾਤਸ਼ਾਹ ਜੀ ਦੇ ਨਾਲ। ਔਰ ਇਸ ਪ੍ਰਕਾਰ ਕਿਸੇ ਪਾਸੋਂ ਵੀ ਮੈਨੂੰ ਉਹਨਾਂ ਦੇ ਉਸ ਦੁਖਦ ਸਮੇਂ ਦੀ ਉਸ ਸਮੇਂ ਕੋਈ ਖਬਰ ਨਹੀਂ ਮਿਲੀ। ਜਿਮਰਾਵਰ ਕੇ ਪਿਤਾ ਮਹਾਨ, ਗਣ ਤੁਰਕਨ ਮਹਿ ਮੁਝ ਸੁਖਦਾਨ। ਆਪ ਜੀ ਦੇ ਪਿਤਾ ਜੀ ਭਾਵ ਗੁਰੂ ਅਰਜਨ ਦੇਵ ਜੀ ਮਹਾਨ ਸਨ। ਉਹਨਾਂ ਦੀ ਰਹਿਮਤ ਦੇ ਨਾਲ ਸਾਰੇ ਤੁਰਕਾਂ ਦੇ ਵਿੱਚੋਂ ਮੈਨੂੰ ਸਭ ਤੋਂ ਜ਼ਿਆਦਾ ਸੁਖ ਮਿਲੇ, ਬਖਸ਼ਿਸ਼ ਮਿਲੀ ਹੈ। ਤਿਮ ਅਬ ਕਿਰਪਾ ਆਪ ਕਰ ਦੀਨੀ, ਸਫਲ ਮੋਹਿ ਬਸੀਠੀ ਕੀਨੀ। ਸੋ ਉਹਨਾਂ ਵਾਂਗ ਹੁਣ ਤੁਸੀਂ ਵੀ ਕਿਰਪਾ ਕੀਤੀ ਹੈ ਛੇਵੇਂ ਪਾਤਸ਼ਾਹ, ਜੋ ਮੇਰੀ ਵਿਚੋਲਗੀ ਨੂੰ ਸਫਲ ਕਰ ਦਿੱਤਾ ਹੈ। ਜੋ ਆਪ ਜੀ ਮੇਰੀ ਬੇਨਤੀ ਤੇ ਦਿੱਲੀ ਚੱਲਣ ਲਈ ਤਿਆਰ ਹੋ ਗਏ ਹੋ ਜੀ। ਜਨ ਪ੍ਰੇਮੀ ਕੇ ਆਪ ਅਧੀਨ, ਕਰਨਾ ਕਰੋ ਜਾਨ ਕਰ ਦੀਨ। ਆਪ ਜੀ ਸੇਵਕਾਂ ਦੇ ਪ੍ਰੇਮ ਅਧੀਨ ਹੋ। ਆਪ ਜੀ ਦੀਨ ਜਨ ਕੇ, ਦਾਸਰਿਆਂ ਨੂੰ ਦੀਨ ਜਾਣ ਕੇ ਉਹਨਾਂ ਉੱਤੇ ਕਿਰਪਾ ਕਰਦੇ ਹੋ। ਦੀਨਾਂ ਦੇ ਦਇਆਲੂ ਹੋ, ਉਹਨਾਂ ਤੇ ਦਇਆ ਕਰਨ ਵਾਲੇ ਹੋ ਜੀ।
बिरद गरीब निवाज तुम्हारा, गमन मतो किए सो संबारा। गरीब दी रखिया करना, गरीब दी पैज रखना, अपने सेवकां दी लाज रखनी, ये तुहाडा बिरद है, ये तुहाडा सुभाव है जी। जब सतगुर कर खुशी विसाली, कहियो प्यान मुहूर्त काली। तब सतगुर कर खुशी विसाली। ये सारी वार्तालाप सुनन तो बाद कहते ने प्रसन्न हो के धन गुरु हरगोबिंद साहब जी महाराज वजीर खान नूं कहन लगे, भाई कल नूं आपां दिल्ली वल नूं रवाना होवांगे, कूच करांगे, ते नाल ही ये बचन कहे कि कल नूं थोड़ा सफर करांगे, 2 कोहां ते जाके डेरा ला लवांगे। जुग कोसन पर होए है डेरा, पुन बहु गमन है अगल सवेरा। 2 कोहां ते कल नूं डेरा लावांगे, इन्हां की सफर करांगे, फिर अगले दिन अगली सवेर उस तो अगे अगला पैंडा जिहड़ा है वो तय करांगे। सुबट आद मानव जे सारे, तैयारी करनी गुरु उचारे। जिन्ने भी सूरमे सन, योधे सन, होर प्यार वाले गुरसिख सन, इत्यादि सारियां नूं ही गुरु पातशाह जियां ने हुक्म कीता है। महाराज जियां दे कहण ते सारे दिल्ली जाण दियां तैयारियां करन लगे हन। सुन सब हन कै भा उत्साहू, शास्त्र बस्त्र सजरी दे उमाहू। ते कहंदे ने इस प्रकार सारियां दे हिरदे विच बड़ा उत्साह है। जिन्हें भी गुरु महाराज जी दे संग चलन वाले ने, सारे गुरसिख उत्साह नाल भरे हुए ने। शास्त्र वस्त्र इत्यादि हर प्रकार दियां उन्हां ने पूरियां तैयारियां कीतियां हन जी। दोहरा उठे सभा ते सतगुरु, पुन माता टिग जाए, नमो करी बैठे तब हे चलन प्रसंग सुनाए। सो सभा विचों उठ करके फिर सतगुरु महाराज जी सत्कार योग माता मां गंगा जी पास गए ने। फिर महाराज जियां ने माता गंगा जी नूं नमस्कार कीती है, उन्हां दे कोल बैठ गए ने। ते फिर सतगुरु जी ने सारा दिल्ली चलन दा प्रसंग मां गंगा जी नूं कह सुनाया है जी। चौपाई मसलत भई भोर प्रस्थाना, पहुंचे दिल्ली शाहो स्थाना। सलाह कीती है अते कहना कीता है, माता जी कल नूं असीं चलांगे, कल सवेर नूं चाले मारांगे। दिल्ली जाके हुण बादशाह दे पास पहुंचदे हां जी। पाशे बृध भाई गुरदास, सकल कार कर हैं तुम पास। ते पिछे बाबा बुढ़ा जी अते भाई गुरदास जी ये रहणगे। ਉਹ ਤੁਹਾਡੇ ਪਾਸ ਸਾਰਾ ਕੰਮ ਕਾਜ ਕਰਨਗੇ। ਉਹ ਹਰ ਤਰ੍ਹਾਂ ਦਾ ਇੱਥੇ ਸੇਵਾ ਸੰਭਾਲ ਕਰਨਗੇ ਜੀ। ਸਭ ਵਿਦ ਮਹਿ ਦੋਨੋਂ ਬਹੁ ਸਿਆਣੇ, ਹਰ ਮੰਦਰ ਕੀ ਸੇਵ ਮਹਾਨੇ। ਕਿਉਂਕਿ ਇਹ ਦੋਵੇਂ ਪੁਰਖ ਹੀ ਬੜੇ ਸਿਆਣੇ ਨੇ। ब्रह्म ज्ञानी बाबा बुढ़ा साहब जी, भाई गुरदास जी, ये दोवें ही श्री हरमंदर साहब दियां महान सेवावां करन वाले हन। आवन जानो संगत केरा, देग चलावन काज बडेरा। संगत दा आउणा जाना रहिंदा है, लंगर चलाउण दा इत्थे वड्डा कारज है। सर्ब अकोर संभारन करनी, जितक मसंद तिन्हे सुध धरनी। ते नाल ही ये सारे मसंदां दा भी ध्यान रखणगे। जो संगत दियां भेटावां ने उन्हां दी भी संभाल करनगे। अज दे समय नाल सचखंड हरमंदर साहिब विखे अज बहुत संगत जांदी है। उस समय दे हिसाब दे नाल उदों भी इदां ही बहुत तात विच संगतां वड्डी गिनती विच श्री हरमंदर साहिब विखे नतमस्तक होण पहुंचदियां सन। सो वो सारी जिहड़ी जिम्मेवारी है वो ब्रह्म ज्ञानी बाबा बुढ़ा जी अते भाई गुरदास जी ये संभालणगे। सिखन को दैबो सिर पाओ, सदाकार यह सहज सुभाओ।
फिर गुरु घर दे सेवादारां नूं गुरु घरों सिरपाओ दी बख्शिश करनी और इसे प्रकार होर जितनियां भी गुरु घर दीयां सेवावां ने, जितने भी कारज ने, सहज सुभाਅ ही ये दोवें महापुरख सारियां सेवावां जाणदे हन। सुन जननी सुत को बृह जाना, महा स्नेह हृदा अकुलाना। ते सतगुरु पातशाह जी दे कूच करन दे बचन सुन के कहते ने थोड़ा जिहा माता जी का हिरदा वैरागी जरूर होया है। गुरु पातशाह जी श्री गुरु हरगोबिंद साहिब जी महाराज उन्हां दे नाल अथाह प्यार सी माता गंगा जी दा। एक ते वैसे भी परमात्मा तो बाद मां एक बड़ी वड्डी शक्ति है। सब तो पहले ते है परमात्मा, सब तो वड्डी शक्ति। ਉਹਦੇ ਤੋਂ ਬਾਅਦ ਆਤਮਾ ਭਾਵ ਇਹ ਸ੍ਰਿਸ਼ਟੀ, ਪਰਮਾਤਮਾ ਫਿਰ ਆਤਮਾ ਫਿਰ ਮਾਂ। ਸ੍ਰਿਸ਼ਟੀ ਦੇ ਵਿੱਚ ਕੋਈ ਸਭ ਤੋਂ ਵੱਡੀ ਦਇਆ ਦੀ, ਪਿਆਰ ਦੀ, ਪ੍ਰੇਮ ਦੀ ਮੂਰਤ ਹੈ, ਉਹ ਹੈ ਮਾਂ। ਤੇ ਫਿਰ ਜਿਹਦਾ ਪੁੱਤਰ ਰੱਬ ਦਾ ਰੂਪ ਹੋਵੇ, ਸੋਚੋ ਉਹ ਮਾਂ ਤੇ ਇੱਕ ਖਿਣ ਵੀ ਪੁੱਤਰ ਨੂੰ ਅੱਖੋਂ ਓਲੇ ਨਹੀਂ ਕਰ ਸਕਦੀ। सो मां गंगा जी दियां अखां विच प्यार दा जल है, हिरदे दे विच प्रेम दा वैराग है। गुरु पातशाह जी दे प्रेम विच ओ थोड़े जे व्याकुल होए हन। जबकि जन्मे देखत रही अब लो पृथक भई कब नहीं। जदों तो गुरु हरगोबिंद साहिब जी ने अवतार धारिया है, कवि जी कहंदे एक दिन भी मां गंगा जी तो अखों ओले नहीं सन होए। अजे भी सतगुरु पातशाह जी पूरी तरह पर जवानी विच नहीं, बालक स्वरूप विच ने। बहुती अवस्था नहीं है, शरीरक अवस्था। हर समय माता गंगा जी दे सन्मुख रहे ने। सो पहली दफा ये समा बनिया है कि माता गंगा जी सतगुरु पातशाह जियां नूं किधरे अपनियां अखां तो दूर भेज रहे ने। सो ओ वैराग उन्हां दे हिरदे विच और अखां दे विचों झलक रहा है। लोचन जल बूंदे चलकाई, दीर्घ श्वास भरत दुख पाई। सो इस तरह कवि जी कहते ने नैना विच प्यार दे विछोड़े विच जल भरिया होया माता जी दे। पानी दियां बूंदा, हंजुआं दियां बूंदा कह लिया, अखां विचों झलक पईयां ने। और इस प्रकार थोड़ा जिहा जदों कोई बिरहो दे अंदर तीर वजदे ने, वो लंबे लंबे साह आउंदे ने, वो बिरहों दे नाल श्वास लंबे हो जांदे ने। लंबा साह लिया जिन्हों आपां कहदे ने हौके लै रिहा है, लंबे श्वास लए ने। और इस तरह कहदे ने सुनहो पुत्र समझावो कहाँ, गुर गादी थित बुद्ध मत महा। महाराज जी नूं माता जी कहन लगे पुत्र जी तुहानू कौन समझा सकदा, तुसी ते सारी सृष्टि नूं समझाउण वाले हो। इस करके तुसी महान बुद्धि दे मालक हो, तुहानू असी की समझा सकते हाँ। पूत भविखत के सरबग्या, क्या बच कहे जीव अल्पग्या। तुसी पूत भविख आउण वाले, लंघ चुके चल रहे हर समय की खबर रखते हो। तुहानू अल्पग जीव असी की समझा सकते हाँ। तऊ सुचेत रहो सब काला, नहीं दुष्ट के परियो जाला। फिर भी असी आप जी नूं ये कह रहे हाँ, तुसी हर समय सुचेत रहना है, किसी भी तरह दुष्ट दे जाल विच नहीं फसना है। द्रोही महादया नह जाके, कर्म चंडाल हिंदू तनता के। ओ महान द्रोही ने, उन्हां दे मन विच दया नहीं है। भावें चंदू चंदरे वर्गे हिंदुआं दे घरे जन्म लिया है, पर ओ चंडालां वर्गे ने। उन्हां दियां चालां चंडालां तो भी बुरियां ने। इस करके लाल जी तुसी सारा ख्याल रखना है। तुमरे पिता महासमरथ, पंजन घड़न जिन्हों के हाथ। क्योंकि तुहाडे पिता जी महान समरथ सन।
ਇਸ਼ਾਰਾ ਮਾਤਾ ਜੀ ਦਾ ਇਹ ਹੈ ਕਿ ਤੁਸੀਂ ਉਹਨਾਂ ਦੁਸ਼ਟਾਂ ਕੋਲ ਚੱਲੇ ਹੋ ਜਿਨ੍ਹਾਂ ਨੇ ਤੁਹਾਡੇ ਗੁਰੂ ਪਿਤਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਸੋ ਇਸ ਤਰ੍ਹਾਂ ਪਰਮ ਪੂਜਨੀਕ ਮਾਤਾ ਮਾਂ ਗੰਗਾ ਜੀ ਗੁਰੂ ਸਾਹਿਬ ਜੀ ਨੂੰ ਸ਼ੁਭ ਅਸੀਸਾਂ ਵੀ ਦੇ ਰਹੇ ਨੇ, ਕਿਉਂਕਿ ਸਤਿਕਾਰਯੋਗ ਨੇ ਮਹਾਰਾਜ ਜੀ ਦੇ ਮਾਤਾ ਜੀ ਨੇ। ਸੋ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਾਰੇ ਇਹ ਬਚਨ ਕਹਿ ਰਹੇ ਨੇ ਬੇਨਤੀ ਰੂਪ ਵਿੱਚ। ਪਹਿਲੇ ਇਹ ਵੀ ਕਹਿ ਦਿੱਤਾ ਹੈ ਤੁਹਾਨੂੰ ਸਮਝਾਉਣ ਵਾਲਾ ਕਿਹੜਾ ਹੈ, ਤੁਸੀਂ ਤੇ ਸ੍ਰਿਸ਼ਟੀ ਨੂੰ ਸਮਝਾਉਣ ਵਾਲੇ ਹੋ। ਸੋ ਇਸ ਤੋਂ ਅਗਲੀ ਵਿਚਾਰ ਕੱਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ ਜੀ, ਕਿਵੇਂ ਮੇਰੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਸਾਰੀਆਂ ਤਿਆਰੀਆਂ ਹੋ ਗਈਆਂ ਨੇ, ਦਿੱਲੀ ਨੂੰ ਕੂਚ ਕਰਨਗੇ। ਪਹਿਲਾ ਪੜਾਅ 2 ਕੋਹ ਤੇ ਲਾਉਣਾ ਹੈ, ਉਸ ਤੋਂ ਅਗਲੀ ਸਵੇਰ ਦਿੱਲੀ ਵੱਲ ਨੂੰ ਰਵਾਨਾ ਹੋ ਜਾਣਗੇ ਜੀ। ਇਹ ਸਾਰਾ ਇਤਿਹਾਸ ਆਪਾਂ ਕੱਲ ਦੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਆਪ ਸੰਗਤਾਂ ਨੂੰ ਪਿਆਰ ਦੇ ਨਾਲ ਬੇਨਤੀ ਹੈ, ਗੁਰਮਤ ਪ੍ਰਚਾਰ ਪ੍ਰਸਾਰ ਦੇ ਲਈ ਇੱਕ ਛੋਟਾ ਜਿਹਾ ਸਾਡੇ ਵੱਲੋਂ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਸਾਡੇ ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਵਿੱਚ ਰੋਜ਼ਾਨਾ ਹੀ ਇਹ ਇਤਿਹਾਸਕ ਕਥਾ ਵਿਚਾਰ ਦੀ ਲੜੀ ਰੂਪ ਵਿੱਚ ਵਿਚਾਰ ਦਿਖਾਈ ਜਾਂਦੀ ਹੈ। ਆਪ ਸੰਗਤਾਂ YouTube ਚੈਨਲ ਤੇ ਵੀ ਦੇਖ ਸਕਦੇ ਹੋ ਜੀ, ਤੇ ਹੋਰਨਾਂ ਨੂੰ ਵੀ ਇਹ ਕਥਾ ਵਿਚਾਰ ਭੇਜ ਕਰਕੇ ਸੇਵਾ ਦੇ ਵਿੱਚ ਸਹਿਯੋਗ ਦਿਓ। ਸਤਿਗੁਰੂ ਕਿਰਪਾ ਕਰਨ, ਜਿੰਨਾ ਵੀ ਆਪਾਂ ਰਲ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰ ਲਈਏ ਓਨਾ ਹੀ ਥੋੜਾ ਹੈ, ਓਨਾ ਹੀ ਥੋੜਾ ਹੈ। ਆਖਰੀ ਪੰਕਤੀਆਂ ਸਰਵਣ ਕਰੋ ਜੀ, ਇੱਥੇ ਹੀ ਸਮਾਪਤੀ ਹੈ। द्रोही महादया नह जाके, कर्म चंडाल हिंदू तन ताके, तुमरे पिता महासमरथ, पंजन करन जिन्हों के हथ। ਭੁੱਲਾਂ ਚੁੱਕਾਂ ਦੀ ਸ਼ਮਾ, ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।